ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਬੇਟੇ ਇੱਕ ਕੁਝ ਬੱਚਿਆਂ ਦੀ ਰਿਕੁਐਸਟ ਆਈ ਸੀਗੀ, ਜਿਵੇਂ ਕਿ ਹਰਿਆਣਾ ਹਾਈ ਕੋਰਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜਾ ਐਗਜ਼ਾਮ ਸੀਗਾ ਉਹਦਾ ਰਿਜ਼ਲਟ ਆ ਚੁੱਕਿਆ ਸੀਗਾ ਤੇ ਉਹਦਾ ਕੰਪਿਊਟਰ ਪ੍ਰੋਫੈਂਸੀ ਟੈਸਟ ਜਿਹੜਾ ਹੁੰਦਾ ਬੇਟੇ ਉਹ ਲਗਭਗ ਮੈਨੂੰ ਲੱਗਦਾ ਫਰਵਰੀ ਦੇ ਵਿੱਚ ਸਟਾਰਟ ਹੋਣਾ। ਤੇ ਆਲਰੇਡੀ ਆਪਾਂ ਇਹਦੀਆਂ 4 ਕਲਾਸਾਂ ਲਗਾ ਚੁੱਕੇ ਆ ਇਸ ਟੈਸਟ ਦੀਆਂ, ਤੇ ਕੁਝ ਹੋਰ ਪ੍ਰੈਕਟਿਸ ਸੈੱਟ ਬੱਚਿਆਂ ਦੀ ਰਿਕੁਐਸਟ ਦੇ ਤੌਰ ਤੇ ਆਪਾਂ ਲੈ ਕੇ ਆਏ ਆ। ਅੱਜ ਤੁਹਾਨੂੰ ਮੈਂ ਘੱਟੋ ਘੱਟ 4 ਤੋਂ ਲੈ ਕੇ 5 ਟੈਸਟ ਕਰਵਾ ਕੇ ਜਾਊਂਗਾ ਤੇ ਸਾਰੇ ਜਣੇ ਜਰੂਰ ਇਸ ਨੂੰ ਦੇਖਿਓ। ਜਿਹੜੇ ਬੱਚੇ ਇਸ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਸੀਪੀਟੀ ਟੈਸਟ ਦੀ, ਤੇ ਕਲਾਸ ਜੇ ਵਧੀਆ ਲੱਗੂ ਬੇਟੇ ਲਾਈਕ ਸ਼ੇਅਰ ਜਰੂਰ ਕਰ ਦਿਓ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੇ ਜਿਹੜੇ ਅੱਜ ਵਾਲੇ ਹੈਗੇ ਆ ਬੇਟੇ ਬੇਸਿਕਲੀ ਇਹ ਡਾਇਰੈਕਟ ਮੈਂ ਤੁਹਾਨੂੰ ਕਰਵਾਉਂਗਾ, ਇਹ ਮਤਲਬ ਪੂਰੇ ਟੈਸਟ ਨਹੀਂ ਕਰਵਾ ਰਿਹਾ ਮੈਂ, ਜੋ ਬੱਚਿਆਂ ਦੀ ਕੁਐਰੀ ਸੀਗੀ ਉਸ ਬੇਸ ਤੇ ਕਰਵਾ ਰਿਹਾ। ਤੇ ਤੁਸੀਂ ਪਰਸੈਂਟੇਜ ਵਗੈਰਾ ਕਿਵੇਂ ਕੱਢ ਸਕਦੇ ਆ, ਇਨਕਰੀਜ਼ ਔਰ ਡਿਕਰੀਜ਼ ਇਨ ਪਰਸੈਂਟੇਜ, ਠੀਕ ਹੈ ਜੀ, ਜਾਂ ਕੋਈ ਪਾਸ ਫੇਲ ਕੱਢਣਾ ਆਪਾਂ ਕਿਸ ਤਰ੍ਹਾਂ ਉਹ ਕੁਐਰੀ ਲਗਾ ਸਕਦੇ ਆ। ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ, ਤੁਹਾਡੇ ਵਾਸਤੇ ਜਰੂਰ ਇਹ ਹੈਲਪਫੁਲ ਹੋਊਗੀ ਵੀਡੀਓ। ਚੱਲਦੇ ਆਪਾਂ ਐਕਸਲ ਸਕਰੀਨ ਤੇ ਚੱਲਦੇ ਆ, ਠੀਕ ਹੈ ਜੀ। ਤਾਂ ਹੁਣ ਕੀ ਹੈ ਬੇਟੇ, ਜਿਹੜੀ ਐਕਸਲ ਸਕਰੀਨ ਹੈ ਮੇਰੀ, ਇਹਦੇ ਤੇ ਆਲਰੇਡੀ ਮੈਂ ਤੁਹਾਨੂੰ ਨਾ ਟੈਸਟ ਨੰਬਰ 1 ਤੋਂ ਲੈ ਕੇ ਟੈਸਟ ਨੰਬਰ 6 ਤੱਕ ਕਰਵਾ ਚੁੱਕਿਆ, ਠੀਕ ਹੈ। ਟੈਸਟ ਨੰਬਰ 6 ਜਿਹੜਾ ਹੈਗਾ ਇਹ ਲਾਸਟ ਟਾਈਮ ਆਪਾਂ ਕੀਤਾ ਸੀਗਾ, ਜਿਹਦੇ ਵਿੱਚ ਮੈਂ 1 ਡੇ ਦੀ ਸੈਲਰੀ ਕੱਢੀ ਸੀਗੀ, ਫਿਰ ਰਿਫਰੈਸ਼ਮੈਂਟ ਪਲੱਸ ਫਿਰ ਨੈਟ ਸੈਲਰੀ, ਤਾਂ ਫਰਵਰੀ ਮੰਥ ਦੀ ਸੈਲਰੀ ਕੱਢਣੀ ਸੀ, ਇਹ ਸਿਖਾਈ ਸੀ ਸਾਰਾ ਕੁਝ। ਜੇ ਨਹੀਂ ਸਿੱਖਿਆ ਤਾਂ ਪਿਛਲੀਆਂ ਵੀਡੀਓ ਜਰੂਰ ਦੇਖ ਲਿਓ। ਇੱਕ ਮੇਰਾ ਲਾਈਵ ਸੈਮੀਨਾਰ ਵੀ ਸੀਗਾ ਐਕਸਲ ਦੇ ਉੱਪਰ, ਉਹ ਵੀ ਤੁਸੀਂ ਦੇਖ ਸਕਦੇ ਹੋ, ਉਹ ਵੀ ਤੁਹਾਡਾ ਮੈਂ ਪਲੇਲਿਸਟ ਦੇ ਵਿੱਚ ਐਡ ਕਰਤਾ। ਅੱਜ ਆਪਾਂ ਟੈਸਟ ਨੰਬਰ 7 ਕਰਦੇ ਹਾਂ, 7 ਤੋਂ ਲੈ ਕੇ 11 ਤੱਕ ਕਰਾਂਗੇ ਬੇਟੇ। ਆਹ ਦੇਖੋ, ਕਿਸੇ ਬੱਚੇ ਨੇ ਭੇਜਿਆ ਸੀ ਮੈਨੂੰ ਇਹ ਟੈਸਟ। ਇਸ ਟੈਸਟ ਦੇ ਵਿੱਚ ਕੱਢਣਾ ਕੀ ਹੈ ਬੇਟੇ, ਪਹਿਲਾਂ ਤਾਂ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ 2-2 ਨੰਬਰ ਦੇ ਤੁਹਾਡੇ ਕੀ ਹੈ 5 ਕੁਐਸਚਨ ਆਉਣਗੇ, ਤਾਂ 10 ਨੰਬਰ ਦਾ ਤੁਹਾਡਾ ਟੈਸਟ ਹੁੰਦਾ ਸੀਪੀਟੀ ਟੈਸਟ। ਹੁਣ ਇਹਦੇ ਵਿੱਚ ਜਿਹੜਾ ਟੇਬਲ ਹੋਊਗਾ ਤੁਹਾਨੂੰ ਹਾਰਡ ਕਾਪੀ ਤੇ ਦਿੱਤਾ ਜਾਊਗਾ, ਤੁਸੀਂ ਦੇਖ ਕੇ ਸੇਮ ਟੇਬਲ ਬਣਾਉਣਾ। 2 ਨੰਬਰ ਤਾਂ ਤੁਹਾਨੂੰ ਟੇਬਲ ਬਣਾਉਣ ਦੇ ਹੀ ਹੋਣਗੇ। ਚਲੋ ਉਹ ਤਾਂ ਬਹੁਤ ਸਿੰਪਲ ਜੀਆਂ ਗੱਲਾਂ ਨੇ, ਬੇਸਿਕ ਨੇ। ਕੋਈ ਤੁਹਾਨੂੰ ਜੇ ਅਲਾਈਨਮੈਂਟ ਕਹੂਗਾ ਲੈਫਟ ਕਰਨੀ ਲੈਫਟ ਕਰ ਦਿਓ, ਰਾਈਟ ਕਰਨੀ ਰਾਈਟ ਕਰ ਦਿਓ, ਸਾਈਜ਼ ਕਹਿ ਸਕਦਾ ਹੈ, ਫੌਂਟ ਫੇਸ ਕਹਿ ਸਕਦਾ ਹੈ, ਫੌਂਟ ਸਾਈਜ਼ ਕਹਿ ਸਕਦਾ ਹੈ। ਇਹ ਤਾਂ ਬਿਲਕੁਲ ਬੇਸਿਕ ਜੀਆਂ ਗੱਲਾਂ ਨੇ, ਤੁਹਾਨੂੰ ਸਿਖਾਈਆਂ ਹੋਈਆਂ। ਅੱਜ ਥੋੜਾ ਜਿਹਾ ਐਡਵਾਂਸ ਕਰਨ ਦੀ ਕੋਸ਼ਿਸ਼ ਕਰਦੇ ਆ, ਵੈਸੇ ਤਾਂ ਇੰਨਾ ਐਡਵਾਂਸ ਨਹੀਂ ਆਊਗਾ, ਬਟ ਫਿਰ ਵੀ ਚਲੋ ਬੱਚਿਆਂ ਦੀ ਕੁਐਰੀ ਸੀਗੀ, ਆਪਾਂ ਇਹਨੂੰ ਸੋਲਵ ਕਰਦੇ ਆ। ਹੁਣ ਕੀ ਕੀਤਾ ਹੋਇਆ ਆਪਣੇ ਕੋਲੇ ਨਾ, ਵਿਲੇਜ ਦਿੱਤੇ ਹੋਏ ਆ, 4 ਵਿਲੇਜ ਨੇ ABCD। ਇਹਦੇ ਵਿੱਚ ਪੋਪੂਲੇਸ਼ਨ ਦਿੱਤੀ ਗਈ ਹੈ ਸਨ 2018 ਦੇ ਵਿੱਚ ਤੇ 2019 ਦੇ ਵਿੱਚ। ਅੱਗੇ ਪੁੱਛਿਆ ਗਿਆ ਵੀ ਇਨਕਰੀਜ਼ ਇਨ ਪੋਪੂਲੇਸ਼ਨ, ਠੀਕ ਹੈ। ਹੁਣ ਜਨਸੰਖਿਆ ਦੇ ਵਿੱਚ ਵਾਧਾ ਕਦੋਂ ਹੋਊਗਾ? ਜਦੋਂ ਆਪਾਂ ਵਾਧਾ ਦੇਖਣਾ ਹੁੰਦਾ ਬੇਟੇ, ਜਿਸ ਸਾਲ ਤੋਂ ਅਗਲੇ ਸਾਲ ਤੱਕ ਜਾਣਾ ਆਪਾਂ, ਜਿਸ ਸਾਲ ਤੋਂ ਦਿੱਤੀ ਹੋਈ ਆ ਉਸ ਤੋਂ ਅਗਲੇ ਸਾਲ ਤੱਕ ਜਾਣਾ, ਉਹਨਾਂ ਦਾ ਡਿਫਰੈਂਸ ਦੇਖਣਾ ਹੁੰਦਾ। ਹੁਣ ਲਾਈਕ 18 ਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ 50,725 ਲੋਕ ਰਹਿੰਦੇ ਆ, ਤੇ ਇਸ ਤੋਂ ਅਗਲਾ ਸਾਲ ਕੀ ਹੈ 2019 53,201 ਲੋਕ ਰਹਿੰਦੇ ਆ। ਜਦੋਂ ਵੀ ਆਪਾਂ ਡਿਫਰੈਂਸ ਦੇਖਣਾ ਬੇਟਾ, ਉਸ ਸਾਲ ਤੋਂ ਦੇਖਣਾ ਜਦੋਂ ਸਾਲ ਤੋਂ ਉਹ ਆਪਾਂ ਨੂੰ ਡਾਟਾ ਗਿਵਨ ਹੈਗਾ। ਤੇ ਹੁਣ ਆਪਾਂ ਇੱਥੇ ਇਹ ਨਹੀਂ ਹੈਗਾ ਵੀ ਕੱਲਾ ਸੋਲਵ ਕਰਨ ਲੱਗ ਜਾਾਂਗੇ, ਇੰਨਾ ਟਾਈਮ ਨਹੀਂ ਹੁੰਦਾ ਉੱਥੇ। ਆਪਾਂ ਐਕਸਲ ਦੀ ਮਦਦ ਲੈਣੀ ਹੈ, ਫਾਰਮੂਲੇ ਨਾਲ ਕਰਨਾ ਹੈ ਕੰਮ। ਤਾਂ ਫਾਰਮੂਲਾ ਤੁਹਾਨੂੰ ਦੱਸਿਆ ਮੈਂ, ਜੋ ਵੀ ਫਾਰਮੂਲਾ ਜਾਂ ਫੰਕਸ਼ਨ ਲਗਾਉਣਾ ਹਮੇਸ਼ਾ ਕਿਹਦੇ ਨਾਲ ਲੱਗੂਗਾ, ਇਕੁਅਲ ਟੂ ਸਾਈਨ ਨਾਲ ਲੱਗੂਗਾ। ਹੁਣ ਕਰਨਾ ਕੀ ਹੈ ਬੇਟੇ, ਆਪਾਂ ਇਨਕਰੀਜ਼ ਜਾਂ ਡਿਕਰੀਜ਼ ਜਦੋਂ ਵੀ ਕਹੂਗਾ ਉਹਦਾ ਮਤਲਬ ਹੁੰਦਾ ਡਿਫਰੈਂਸ, ਠੀਕ ਹੈ ਜੀ। ਹੁਣ ਆਪਾਂ ਚੈੱਕ ਕਰਦੇ ਹਾਂ ਵੀ ਇਨਕਰੀਜ਼ ਡਿਕਰੀਜ਼ ਕਿਵੇਂ ਦੇਖ ਸਕਦੇ ਹਾਂ ਆਪਾਂ। ਤਾਂ ਆਪਾਂ ਨੂੰ ਜਿਹੜੀ ਹੁਣ 2019 ਦੀ ਗਿਵਨ ਹੈ ਪੋਪੂਲੇਸ਼ਨ ਕਿੰਨੀ ਗਿਵਨ ਆਪਾਂ ਨੂੰ, 53,201। ਆਪਾਂ ਨੂੰ ਜਰਨਲ 'ਚ ਲਿਖ ਲਿਆ, ਕਿਉਂਕਿ ਆਪਾਂ ਫਾਰਮੂਲਾ ਕੀ ਕਰ ਲਾਂਗੇ, ਡਰੈਗ ਕਰ ਲਾਂਗੇ। ਤਾਂ 53,201 ਵਾਲਾ C3 ਦੇ ਵਿੱਚ ਸੀਗਾ। ਮਾਈਨਸ ਕੀ ਕਰਨਾ, ਜਿਹੜੇ ਸਾਲ ਤੋਂ ਪੁੱਛੀ ਹੈ, ਤਾਂ ਜਿਹੜੇ ਸਾਲ ਤੋਂ ਪੁੱਛੀ ਕੀ ਤੋਂ B3 ਤੋਂ, ਜਦੋਂ ਆਪਾਂ ਐਂਟਰ ਮਾਰਾਂਗੇ ਆਪਣੇ ਕੋਲ ਕੀ ਆ ਜਾਊਗਾ ਰਾਜੇ, ਡਿਫਰੈਂਸ ਆ ਜਾਊਗਾ। ਤਾਂ ਕਹਿਣ ਦਾ ਮਤਲਬ 18 ਤੋਂ ਲੈ ਕੇ 19 ਤੱਕ ਕਿੰਨੇ ਲੋਕ ਵੱਧ ਗਏ ਨੇ, 2476 ਲੋਕ ਵੱਧ ਗਏ ਨੇ। ਹੁਣ ਕੱਲੇ ਦੀ ਕੱਢਣ ਦੀ ਜ਼ਰੂਰਤ ਨਹੀਂ ਹੈਗੀ, ਇਹਨੂੰ ਕੀ ਕਰਾਂਗੇ ਆਪਾਂ ਡਰੈਗ ਕਰ ਲਾਂਗੇ ਰਾਜੇ। ਡਰੈਗ ਕਰਾਂਗੇ ਤਾਂ ਸਾਰਿਆਂ ਦਾ ਕੱਢ ਦੂਗਾ, ਠੀਕ ਹੈ। ਇਹ ਚਾਰਾਂ ਦਾ ਕੱਢ ਦੂਗਾ, ਤੇ ਇਹਨੇ ਸਾਰਿਆਂ ਨੇ ਕੀ ਕਰਤਾ ਰਾਜੇ, ਕੱਢਤਾ ਆਪਾਂ ਨੂੰ, ਠੀਕ ਹੈ ਜੀ। ਆ ਦੇਖੋ ਇਹ 2476 ਆ ਲੋਕ ਨੇ, ਇਹਦੇ ਵਿੱਚ 1500 ਲੋਕ ਦੇਖੋ, 40,000 ਤੇ 41,500 ਡਾਇਰੈਕਟ ਪਤਾ ਲੱਗ ਰਿਹਾ 1500 ਲੋਕ ਵਧੇ ਹੋਏ ਨੇ, ਠੀਕ ਹੈ। 25 ਤੇ 30,000 ਦੇ ਵਿੱਚ 5000 ਲੋਕ ਨੇ, 64 ਤੇ 60,500 ਦੇ ਵਿੱਚ ਕੀ ਹੈ 3500 ਲੋਕ ਨੇ। ਤੇ ਆਪਣੇ ਕੋਲ ਨਿਕਲ ਕੇ ਆ ਗਈ। ਇਹ ਤਾਂ ਚਲੋ ਬਹੁਤ ਸਿੰਪਲ ਜੀ ਸੀਗੀ, ਆਪਾਂ ਮੈਨੂਅਲੀ ਵੀ ਆਪਾਂ ਦੇਖ ਸਕਦੇ ਹਾਂ, ਬਟ ਉੱਥੇ ਹੋ ਸਕਦਾ ਕੰਪਲੀਕੇਟਡ ਦਿੱਤੀ ਹੋਵੇ। ਤਾਂ ਹਮੇਸ਼ਾ ਐਕਸਲ ਦੀ ਹੀ ਮਦਦ ਲੈਣੀ ਹੈ। ਉਹ ਚੈੱਕ ਕਰਨਗੇ ਵੀ ਤੁਸੀਂ ਫਾਰਮੂਲਾ ਲਾ ਰਹੇ ਹੋ ਕਿ ਵੈਸੇ ਮੈਨੂਅਲੀ ਕੱਢ ਰਹੇ ਹੋ। ਉਹਨਾਂ ਨੇ ਤੁਹਾਡੇ ਸਕਿੱਲ ਚੈੱਕ ਕਰਨੇ ਆ ਐਕਸਲ ਦੇ, ਠੀਕ ਹੈ। ਹੁਣ ਅਗਲੀ ਗੱਲ ਕੀ ਕਹਿੰਦਾ ਬੇਟੇ, ਪਰਸੈਂਟੇਜ ਇਨਕਰੀਜ਼ ਇਨ ਪੋਪੂਲੇਸ਼ਨ। ਇੱਥੇ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਹੈਗੀ ਹੈ, ਬੱਚੇ ਜਿਹੜੀ ਗਲਤੀ ਕਰਨਗੇ। ਇੱਥੇ ਆਪਾਂ ਕੱਢਣੀ ਹੈ ਰਾਜੇ ਪਰਸੈਂਟੇਜ ਕੱਢਣੀ ਹੈ ਇਨਕਰੀਜ਼ ਇਨ ਪੋਪੂਲੇਸ਼ਨ, ਠੀਕ ਹੈ ਜੀ। ਤਾਂ ਆਪਣੇ ਕੋਲ ਇਨਕਰੀਜ਼ ਪੋਪੂਲੇਸ਼ਨ ਆ ਗਈ, ਇਹਦੀ ਪਰਸੈਂਟੇਜ ਕੱਢਣੀ ਹੈ। ਤਾਂ ਹੁਣ ਪਰਸੈਂਟੇਜ ਕੱਢਣੀ ਕਿੱਥੋਂ ਹੈ, ਜਿੱਥੋਂ ਉਹ ਪੋਪੂਲੇਸ਼ਨ ਵੱਧ ਕੇ ਆਈ ਹੈ। ਤਾਂ ਕਿੱਥੋਂ ਵੱਧ ਕੇ ਆਈ ਹੈ, 18 ਤੋਂ ਵੱਧ ਕੇ ਆਈ ਹੈ।
ਤਾਂ ਆਪਾਂ ਹੁਣ ਕੀ ਕਰਾਂਗੇ, ਪਹਿਲਾਂ ਤਾਂ ਆਪਾਂ ਡਿਫਰੈਂਸ ਲਾਵਾਂਗੇ। ਤਾਂ ਇਹ ਫਾਰਮੂਲਾ ਲਗਾ ਲੈਣਾ ਆਪਾਂ ਇਕੁਅਲ ਟੂ, ਠੀਕ ਹੈ ਜੀ। ਇਕੁਅਲ ਟੂ ਲਗਾ ਕੇ ਆਪਾਂ ਕੀ ਲੈਣਾ ਜੀ, ਪਹਿਲਾਂ ਆਪਾਂ ਲੈਣਾ ਡਿਫਰੈਂਸ। ਡਿਫਰੈਂਸ ਕਿੰਨਾ ਦਿੱਤਾ ਹੋਇਆ ਆਪਾਂ ਨੂੰ, ਇਹ ਦਿੱਤਾ ਹੋਇਆ ਹੈ। ਤਾਂ ਆਪਾਂ ਕੀ ਕਰਨਾ, ਡਿਵਾਈਡ, ਠੀਕ ਹੈ ਜੀ। ਡਿਵਾਈਡ ਕਿਹਦੇ ਨਾਲ ਡਿਵਾਈਡ ਕਰਨਾ ਹੈ, ਦੇਖੋ ਗਿਵਨ ਆਪਾਂ ਨੂੰ ਇਹ ਦਿੱਤੀ ਹੋਈ ਹੈ ਇਨਕਰੀਜ਼ ਪੋਪੂਲੇਸ਼ਨ 2476, ਕਿਹਦੇ ਵਿੱਚ ਇਨਕਰੀਜ਼ ਹੋਈ ਹੈ, 2018 ਵਾਲੇ ਵਿੱਚ ਇਨਕਰੀਜ਼ ਹੋਈ ਹੈ। ਜੇ ਮੈਂ ਹੁਣ ਦੇਖੋ ਇੰਟੂ 100 ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਐਕਸਲ ਦੇ ਵਿੱਚ ਆਪਣੇ ਕੋਲੇ ਇੱਕ ਫੈਸਿਲਿਟੀ ਹੈਗੀ, ਆਪਾਂ ਡਾਇਰੈਕਟ ਪਰਸੈਂਟੇਜ ਬਣਾ ਸਕਦੇ ਹਾਂ। ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ, ਜੇ ਇੰਟੂ 100 ਕਰਨਾ 100 ਵੀ ਕਰ ਸਕਦੇ ਹੋ, ਗਲਤ ਨਹੀਂ ਹੈਗਾ, ਬਟ ਥੋੜਾ ਜਿਹਾ ਐਡਵਾਂਸ ਕਰ ਲਓ, ਠੀਕ ਹੈ ਜੀ। ਤਾਂ ਮੈਂ ਜਦੋਂ ਐਂਟਰ ਮਾਰੂੰਗਾ ਰਾਜੇ, ਮੇਰੇ ਕੋਲ ਕੀ ਆ ਗਿਆ, ਇਹ ਨਿਕਲ ਕੇ ਆ ਗਿਆ 4.88%, ਠੀਕ ਹੈ ਜੀ। ਤਾਂ ਇੱਥੇ ਆਪਾਂ ਨੂੰ ਅਗਰ ਜਰਨਲ ਚ ਕਰ ਦਾਂਗੇ ਰਾਜੇ, ਤਾਂ ਫਿਰ ਆਪਾਂ ਨੂੰ ਇੰਟੂ 100 ਕਰਨਾ ਪਊਗਾ। ਤਾਂ ਦੇਖੋ ਜੇ ਮੈਂ ਇਸ ਨੂੰ ਜਰਨਲ ਚ ਕਰ ਦੂੰਗਾ, ਮੰਨ ਲਓ ਸਾਰੇ ਨੂੰ ਜਰਨਲ ਦੇ ਵਿੱਚ ਕਰ ਦੂੰਗਾ, ਤਾਂ ਮੈਨੂੰ ਕੀ ਕਰਨਾ ਪਊਗਾ ਬੇਟੇ, ਇੰਟੂ 100 ਕਰਨਾ ਪਊਗਾ। ਦੇਖੋ ਆ ਗਿਆ ਨਾ, ਫਿਰ ਮੈਨੂੰ ਫਾਰਮੂਲੇ ਵਿੱਚ ਕੀ ਕਰਨਾ ਪਊਗਾ ਬੇਟੇ, ਇੰਟੂ 100, ਠੀਕ ਹੈ ਜੀ। 100 ਕਰਨ ਵਾਸਤੇ ਆਪਾਂ ਕੀ ਕਰਨਾ ਹੈ, ਹਮੇਸ਼ਾ ਇਹਨੂੰ ਬ੍ਰੈਕਟ ਲਾ ਲੈਣੀ ਹੈ, ਠੀਕ ਹੈ। ਜੇ ਬ੍ਰੈਕਟ ਨਹੀਂ ਲਾਉਂਗੇ ਤਾਂ ਉੱਥੇ ਪੰਗਾ ਪੈ ਸਕਦਾ ਬੇਟੇ। ਤਾਂ ਇੰਟੂ 100 ਕਰ ਦੋਗੇ ਤਾਂ ਫਿਰ ਤੁਹਾਡੀ ਉਵੇਂ ਆ ਜਾਊਗਾ, ਠੀਕ ਹੈ। ਤਾਂ ਨਿਕਲ ਕੇ ਆ ਗਈ, ਗੱਲ ਉਹ ਇੱਕੋ ਹੀ ਹੈ। ਤੇ ਜੇ ਪਰਸੈਂਟੇਜ ਕਰ ਲਓਗੇ ਥੋੜਾ ਵਧੀਆ ਲੱਗਦਾ ਹੈ। ਤਾਂ ਡਾਇਰੈਕਟ ਕੀ ਕਰਾਂਗੇ ਆਪਾਂ ਪਰਸੈਂਟੇਜ ਵਾਲਾ ਹੀ ਕਰਾਂਗੇ। ਕੀ ਕਰਾਂਗੇ ਰਾਜੇ, ਇਹਨੂੰ ਆਪਾਂ ਸਿੰਪਲ ਲਿਖ ਲਾਂਗੇ। ਸਿੰਪਲ ਲਿਖਣ ਤੋਂ ਬਾਅਦ ਉਹਨੂੰ ਕੀ ਕਰਾਂਗੇ, ਉੱਪਰੋਂ ਜਰਨਲ ਦੀ ਜਗ੍ਹਾ ਤੇ ਕੀ ਕਰ ਦਾਂਗੇ ਰਾਜੇ, ਪਰਸੈਂਟੇਜ ਕਰ ਦਾਂਗੇ। ਤਾਂ ਇਹ ਮੇਰੇ ਕੋਲ ਨਿਕਲ ਕੇ ਆ ਗਈ। ਤਾਂ ਮੈਂ ਸਾਰੇ ਜਿਹੜਾ ਹੈਗਾ ਇਹਨੂੰ ਕਿਹਦੇ ਚ ਕਰ ਲੂੰਗਾ, ਕਨਵਰਟ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਲੂੰਗਾ। ਤਾਂ ਆਪਣੇ ਕੋਲ ਆ ਪਰਸੈਂਟੇਜ ਪਈ ਆ, ਪਰਸੈਂਟੇਜ ਮੈਂ ਕੀ ਕਰ ਲਿਆ, ਕਨਵਰਟ ਕਰ ਲਿਆ। ਪਤਾ ਲੱਗ ਗਿਆ। ਇਨਕਰੀਜ਼ ਇਨ ਪੋਪੂਲੇਸ਼ਨ ਦਾ ਮਤਲਬ ਕੀ ਹੈ ਬੇਟੇ, ਜੋ ਡਿਫਰੈਂਸ ਹੈ ਜਿਹੜੇ ਸਾਲ ਤੋਂ ਆਇਆ ਹੈ, ਠੀਕ ਹੈ ਜੀ, ਉਹਨੂੰ ਡਿਵਾਈਡ ਕਰਕੇ ਇੰਟੂ 100 ਕਰਨਾ ਹੁੰਦਾ। ਇੱਥੇ ਇੰਟੂ 100 ਤਾਂ ਨਹੀਂ ਕੀਤਾ, ਮੈਂ ਉੱਪਰੋਂ ਪਰਸੈਂਟੇਜ ਲੈ ਲਈ, ਠੀਕ ਹੈ ਜੀ। ਇਹ ਮੇਰਾ ਫਾਰਮੂਲਾ ਬਣ ਗਿਆ। ਬਸ ਹੁਣ ਮੈਂ ਕੀ ਕਰਨਾ, ਇਹਨੂੰ ਡਰੈਗ ਐਂਡ ਡ੍ਰੌਪ ਕਰ ਲੈਣਾ ਬੇਟੇ। ਡਰੈਗ ਐਂਡ ਡ੍ਰੌਪ ਕਰੋਗੇ ਸਾਰੀ ਪਰਸੈਂਟੇਜ ਆ ਜਾਊਗੀ ਤੁਹਾਡੀ। ਤਾਂ ਇਹਦੇ ਵਿੱਚ 3.75 ਆ ਗਈ, ਇਹ ਚ 20% ਪੂਰੀ ਹੈ, ਇਹ ਚ 5.79 ਹੈ। ਤਾਂ ਸਿੰਪਲ ਜੀ ਗੱਲ ਸੀਗੀ, ਠੀਕ ਹੈ। ਜੇ ਤੁਸੀਂ ਇੰਟੂ 100 ਨਾਲ ਕਰੋਗੇ ਤਾਂ 100 ਨਾਲ ਕਰ ਲਿਓ, ਠੀਕ ਹੈ, ਉਹ ਤੁਹਾਡੀ ਮਰਜ਼ੀ ਹੈ। ਐਵੇਂ ਥੋੜਾ ਜਿਹਾ ਸੋਹਣਾ ਲੱਗਦਾ ਹੈ, ਕਿਉਂਕਿ ਇਹਨਾਂ ਨੇ ਪਰਸੈਂਟੇਜ ਪੁੱਛਿਆ, ਤਾਂ ਪਰਸੈਂਟੇਜ ਦਾ ਨਾਲ ਸਿੰਬਲ ਆ ਜਾਊਗਾ, ਤਾਂ ਥੋੜਾ ਜਿਹਾ ਸੋਹਣਾ ਲੱਗੂਗਾ ਦੇਖਣ ਵਾਲੇ ਨੂੰ। ਐ ਪਤਾ ਹੋਊਗਾ ਬੰਦੇ ਨੂੰ ਐਡਵਾਂਸ ਲੈਵਲ ਦਾ ਐਕਸਲ ਆਉਂਦਾ ਹੈ। ਤਾਂ ਉਹ ਕਹਿ ਸਕਦੇ ਆ ਕਿ ਤੁਸੀਂ ਪੋਜ਼ਿਟਿਵ ਵਾਈ ਪੰਜਾਬ ਤੋਂ ਪੜ੍ਹ ਕੇ ਆਏ ਆ, ਹਨਾ, ਕਹਿ ਸਕਦੇ ਆ। ਤਾਂ ਚਲੋ ਇਹ ਤਾਂ ਸੀਗਾ ਮਖੌਲ ਦੀ ਗੱਲ। ਤਾਂ ਇਹ ਤੁਸੀਂ ਕਰ ਸਕਦੇ ਹੋ। ਐਵਰੇਜ ਟੋਟਲ ਕੱਢਣਾ ਸੌਖਾ ਹੀ ਆ ਬੇਟੇ, ਟੋਟਲ ਸਭ ਨੂੰ ਕੱਢਣਾ ਹੀ ਆਉਂਦਾ। ਟੋਟਲ ਕੱਢਣਾ ਹੋਵੇ ਤਾਂ ਆਪਾਂ ਟੋਟਲ ਕੱਢ ਸਕਦੇ ਹਾਂ ਸਿੰਪਲ। ਇੱਥੇ ਕੀ ਕਰਾਂਗੇ, ਆਟੋ ਸਮ ਮਾਰਾਂਗੇ। ਆਟੋ ਸਮ ਕਰ ਲਾਂਗੇ ਤਾਂ ਟੋਟਲ ਆ ਜਾਊਗਾ ਆਪਣਾ, ਠੀਕ ਹੈ ਜੀ। ਆਟੋ ਸਮ ਕੀ ਕਰਦਾ, ਆਟੋਮੈਟਿਕਲੀ ਚੱਕ ਲੈਂਦਾ, ਤੇ ਆਪਣੇ ਕੋਲ ਟੋਟਲ ਆ ਗਿਆ। ਤਾਂ ਤੁਹਾਡੀ ਮਰਜ਼ੀ ਆ, ਜਿਵੇਂ ਮਰਜ਼ੀ ਕਰ ਲਿਓ, ਚਾਹੇ ਕੱਲਾ ਕੱਲਾ ਸਮ ਕਰ ਲਿਓ, ਚਾਹੇ ਆਟੋ ਸਮ ਕਰ ਲਿਓ। ਤਾਂ ਕਲੀਅਰ ਹੋ ਗਿਆ, ਇਹ ਤੁਸੀਂ ਮੈਚ ਕਰ ਲਿਓ। ਇਹ ਵੈਸੇ ਕੱਢਣ ਦੀ ਜ਼ਰੂਰਤ ਨਹੀਂ ਸੀਗੀ, ਮੈਨੂੰ ਲੱਗਦਾ ਸ਼ਾਇਦ ਪੁੱਛਿਆ ਨਹੀਂ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਤਾਂ ਇਨਕਰੀਜ਼ ਇਨ ਪੋਪੂਲੇਸ਼ਨ ਪੁੱਛੀ ਸੀਗੀ, ਪਰਸੈਂਟੇਜ ਪੁੱਛੀ ਸੀਗੀ। ਹੁਣ ਚੱਲਦੇ ਹਾਂ ਜੀ ਆਪਾਂ ਨੈਕਸਟ ਟੈਸਟ ਨੰਬਰ 8 ਦੇ ਵਿੱਚ ਚੱਲਦੇ ਹਾਂ। ਹੁਣ ਇਹਦੇ ਵਿੱਚ ਵੀ ਸੇਮ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਹੈ। ਕੋਵਿਡ-19 ਦੇ ਕੇਸ ਦੱਸੇ ਹੋਏ ਆ ਵੀ ਕਨਫਰਮ ਕੇਸ, ਮਤਲਬ ਸਟੇਟ ਦਿੱਤੀਆਂ ਹੋਈਆਂ ਮਹਾਰਾਸ਼ਟਰ, ਗੁਜਰਾਤ, ਦਿੱਲੀ, ਤਾਮਿਲਨਾਡੂ, ਰਾਜਸਥਾਨ। ਤਾਂ ਇਹਦੇ ਵਿੱਚ ਕਨਫਰਮ ਕੇਸ ਕੀ ਆ, ਕਹਿੰਦਾ ਜੀ 20,228 ਕੇਸ ਕਨਫਰਮ ਹੋਏ ਸੀ, ਉਹਦੇ ਵਿੱਚੋਂ ਇੰਨੇ ਲੋਕਾਂ ਦੀ ਕੀ ਹੋ ਗਈ, ਡੈਥ ਹੋ ਗਈ। ਕਹਿੰਦਾ ਜੀ ਐਕਟਿਵ ਕੇਸ ਦੱਸੋ ਤੇ ਡੈਥ ਪਰਸੈਂਟੇਜ ਦੱਸੋ। ਹੁਣ ਐਕਟਿਵ ਕੇਸ ਕਿਵੇਂ ਪਤਾ ਲੱਗਣਗੇ ਬੇਟਾ, ਹੁਣ ਟੋਟਲ ਮੰਨ ਲਓ ਵੀ ਮੰਨ ਲਓ ਤੁਹਾਡੇ ਮੁਹੱਲੇ ਵਿੱਚ 10 ਲੋਕ ਕੀ ਸੀਗੇ, 10 ਲੋਕਾਂ ਦਾ ਕਨਫਰਮ ਹੋ ਗਿਆ ਵੀ ਇਹਨਾਂ ਨੂੰ ਕੋਵਿਡ ਹੈ, 10 ਵਿੱਚ 2 ਬੰਦੇ ਮਰ ਗਏ। ਤਾਂ ਹੁਣ ਇਸ ਟਾਈਮ ਐਕਟਿਵ ਕੇਸ ਕਿੰਨੇ ਹੋ ਗਏ, 8 ਹੋ ਗਏ, ਕਿਉਂਕਿ 2 ਤਾਂ ਮਾਰ ਹੀ ਗਏ ਵਿਚਾਰੇ, ਉਹ ਐਕਟਿਵ ਨਹੀਂ ਹੈਗੇ। ਤਾਂ ਐਕਟਿਵ ਕੇਸ ਕਿੰਨੇ ਹੋ ਗਏ, 8 ਹੋ ਗਏ। ਤਾਂ ਸੇਮ ਹੁਣ ਆਪਾਂ ਕੀ ਕਰਾਂਗੇ ਰਾਜੇ, ਡੈਥ ਕਿੰਨੀਆਂ ਹੋ ਗਈਆਂ, 10,99 ਹੋ ਗਈਆਂ। ਕਨਫਰਮ ਕੇਸ ਕਿੰਨੇ ਆ, ਇਹ ਚੋਂ ਅਗਰ ਆ ਮਾਈਨਸ ਕਰ ਦਾਂਗੇ ਆਪਣੇ ਕੋਲ ਐਕਟਿਵ ਆ ਜਾਣਗੇ। ਤਾਂ ਐਕਟਿਵ ਕੱਢਣ ਵਾਸਤੇ ਆਪਾਂ ਕੀ ਕਰਾਂਗੇ ਬੇਟਾ, ਇਕੁਅਲ ਟੂ ਸਿੰਬਲ ਲਾਵਾਂਗੇ। ਟੋਟਲ ਕੇਸ ਕਿੰਨੇ ਸੀ ਆਪਣੇ ਕੋਲੇ, 20,228 ਮਾਈਨਸ ਜਿੰਨੀਆਂ ਡੈਥ ਹੋ ਗਈਆਂ ਨੇ, ਕਿੰਨੀਆਂ ਹੋ ਗਈਆਂ, 10,99, ਠੀਕ ਹੈ ਜੀ। ਤਾਂ ਆਪਾਂ ਐਂਟਰ ਮਾਰਾਂਗੇ ਤਾਂ ਆਪਣੇ ਕੋਲ ਕੀ ਆ ਗਏ ਰਾਜੇ, ਐਕਟਿਵ ਕੇਸ ਆ ਗਏ ਨਾ ਐਕਟਿਵ ਕੇਸ। ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ, ਐਕਟਿਵ ਕੇਸ ਨੂੰ ਕੀ ਕਰ ਦਾਂਗੇ ਬੇਟਾ, ਇਹਨਾਂ ਨੂੰ ਆਪਾਂ ਡਰੈਗ ਐਂਡ ਡ੍ਰੌਪ ਕਰਾਂਗੇ ਤਾਂ ਆਪਣੇ ਕੋਲ ਸਾਰੇ ਐਕਟਿਵ ਕੇਸ ਨਿਕਲ ਕੇ ਆ ਗਏ। ਪਹਿਲੀ ਗੱਲ ਕਲੀਅਰ ਹੋ ਗਈ। ਜੇ ਨਹੀਂ ਹੋਈ, ਵੈਸੇ ਮੈਂ ਬਹੁਤ ਸਲੋ ਕਰਵਾ ਰਿਹਾ, ਤੁਸੀਂ ਵੀਡੀਓ ਨੂੰ ਪਾਜ਼ ਕਰ ਲਿਓ, ਰਿਪੀਟ ਕਰ ਲਿਓ। ਇਸ ਤੋਂ ਬਾਅਦ ਡੈਥ ਦੀ ਪਰਸੈਂਟੇਜ ਕੱਢਣੀ ਆ। ਹੁਣ ਧਿਆਨ ਦੇ ਨਾਲ ਆਪਾਂ ਕੱਢਣੀ ਆ ਡੈਥ ਦੀ ਪਰਸੈਂਟੇਜ, ਠੀਕ ਹੈ ਜੀ। ਡੈਥ ਦੀ ਪਰਸੈਂਟੇਜ ਕਿਵੇਂ ਕੱਢਾਂਗੇ ਆਪਾਂ, ਹੁਣ ਆਪਣੇ ਕੋਲੇ ਕੀ ਆ ਗਏ ਜੀ, ਐਕਟਿਵ ਕੇਸ ਆ ਗਏ, ਠੀਕ ਹੈ ਜੀ। ਐਕਟਿਵ ਕੇਸ ਆ ਗਏ, ਪਲੱਸ ਆਪਣੇ ਕੋਲ ਕੀ ਆ ਗਏ ਬੇਟਾ, ਆਪਣੇ ਕੋਲੇ ਡੈਥ ਕੇਸਿਸ ਆ ਗਈ, ਠੀਕ ਹੈ ਜੀ। ਨਾਲ ਕੀ ਆ ਗਏ ਆਪਣੇ ਕੋਲੇ, ਕਨਫਰਮ ਕੇਸਿਸ ਆ ਗਏ। ਹੁਣ ਆਪਾਂ ਕੱਢਣੀ ਹੈ ਡੈਥ ਦੀ ਪਰਸੈਂਟੇਜ। ਤਾਂ ਉਹ ਪਰਸੈਂਟੇਜ ਕਿਵੇਂ ਕੱਢਦੇ ਆ ਆਪਾਂ, ਜਸਟ 1 ਸੈਕਿੰਡ। ਤਾਂ ਇਹ ਤੁਹਾਡੇ ਸਾਹਮਣੇ ਰਿਹਾ, ਮੈਂ ਚੈੱਕ ਕਰ ਲਾਂ ਰਿਕਾਰਡਿੰਗ ਸਹੀ ਚੱਲ ਰਹੀ ਹੈ। ਹਾਂਜੀ, ਮੈਂ ਰਿਕਾਰਡਿੰਗ ਚੈੱਕ ਕਰ ਰਿਹਾ ਸੀ, ਮੈਂ ਕਈ ਵਾਰ ਰਿਕਾਰਡਿੰਗ ਬੰਦ ਹੋ ਜਾਂਦੀ ਆ। ਅੱਛਾ ਜੀ, ਹੁਣ ਆਪਾਂ ਕਰਨਾ ਕੀ ਆ ਬੇਟੇ, ਇਹਦੇ ਵਿੱਚ ਆਪਾਂ 1 ਮਿੰਟ ਬਸ, ਰਿਕਾਰਡਿੰਗ ਚੱਲ ਰਹੀ ਹੈ ਨਾ, ਹਾਂਜੀ ਠੀਕ ਹੈ। ਹੁਣ ਆਪਾਂ ਕਰਨਾ ਕੀ ਬੇਟੇ, ਐਕਟਿਵ ਕੇਸ ਕੱਢ ਲਏ ਆਪਾਂ। ਐਕਟਿਵ ਕੇਸ ਕਿਵੇਂ ਕੱਢੇ ਆਪਾਂ ਕੀ ਕੀਤਾ ਜੀ, ਜਿਹੜੀ ਡੈਥ ਹੋਈਆਂ ਨੇ ਇਹ ਚੋਂ ਮਾਈਨਸ ਕਰਤੀਆਂ, ਤਾਂ ਐਕਟਿਵ ਕੇਸ ਆ ਗਏ। ਹੁਣ ਡੈਥ ਪਰਸੈਂਟੇਜ ਕੱਢਣੀ ਆ ਬੇਟੇ ਆਪਾਂ। ਤਾਂ ਡੈਥ ਕਿੰਨੀਆਂ ਹੋਈਆਂ ਨੇ ਦੇਖੋ, ਤਾਂ ਆਪਾਂ ਇੱਥੇ ਫਾਰਮੂਲਾ ਲਾ ਦਾਂਗੇ, ਬਾਅਦ ਚ ਇਹਨੂੰ ਕੀ ਕਰ ਲਾਂਗੇ, ਪਰਸੈਂਟੇਜ ਵਿੱਚ ਕਨਵਰਟ ਕਰ ਲਾਂਗੇ। ਤਾਂ ਆਪਾਂ ਇਕੁਅਲ ਟੂ ਲਾ ਲਿਆ, ਆਪਣੇ ਕੋਲੇ ਕਿੰਨੀਆਂ ਡੈਥ ਹੋਈਆਂ ਨੇ ਬੇਟਾ, 1099,
ਡਿਵਾਈਡ ਬਾਈ ਡੈਥ ਕਿਹਦੇ ਚ ਹੋਈਆਂ ਨੇ, ਜਿਹੜੇ ਕਨਫਰਮ ਕੇਸ ਸੀਗੇ, ਯਾਨੀ ਕਿ ਟੋਟਲ ਕੇਸ ਸੀਗੇ। ਟੋਟਲ ਕੇਸ ਕਿਹੜੇ ਸੀ ਆਪਣੇ ਕੋਲੇ, ਆਹੀ ਸੀਗੇ। ਜਦੋਂ ਮੈਂ ਇਹਨੂੰ ਐਂਟਰ ਮਾਰੂੰਗਾ ਜਾਂ ਤਾਂ ਇੰਟੂ 100 ਕਰ ਲਿਓ ਜਿਵੇਂ ਮੈਂ ਪਹਿਲਾਂ ਦੱਸਿਆ, ਨਹੀਂ ਤਾਂ ਐਂਟਰ ਕਰਕੇ ਆਪਾਂ ਐਡਵਾਂਸ ਕੀ ਕਰ ਲਾਂਗੇ, ਪਰਸੈਂਟੇਜ ਦੇ ਵਿੱਚ ਚੇਂਜ ਕਰ ਲਾਂਗੇ। ਤਾਂ ਇੱਥੋਂ ਆਪਾਂ ਕੀ ਕਰਾਂਗੇ ਰਾਜੇ, ਨੂੰ ਡਰੈਗ ਐਂਡ ਡ੍ਰੌਪ ਕਰ ਸਕਦੇ। ਪਹਿਲਾਂ ਆਪਾਂ ਇਹਨੂੰ ਕੀ ਕਰਦੇ, ਸਾਰੇ ਨੂੰ ਪਰਸੈਂਟੇਜ ਦੇ ਵਿੱਚ ਚੇਂਜ ਕਰ ਲੈਂਦੇ ਆ। ਪਰਸੈਂਟੇਜ ਦੇ ਵਿੱਚ ਕਰਾਂਗੇ ਥੋੜਾ ਸੋਹਣਾ ਲੱਗੂਗਾ। ਤਾਂ ਹੁਣ ਆਪਣੇ ਕੋਲ ਫਾਰਮੂਲਾ ਤਿਆਰ ਹੋ ਗਿਆ। ਫਾਰਮੂਲਾ ਤਿਆਰ ਹੋ ਗਿਆ, ਆਪਾਂ ਇਹਨੂੰ ਡਰੈਗ ਐਂਡ ਡ੍ਰੌਪ ਕਰ ਲਾਂਗੇ ਤਾਂ ਆਪਣੇ ਕੋਲ ਸਾਰਿਆਂ ਦੀ ਕੀ ਆ ਜਾਊਗੀ, ਪਰਸੈਂਟੇਜ ਨਿਕਲ ਕੇ ਆ ਜਾਊਗੀ। ਗੱਲ ਸਮਝ ਆ ਗਈ ਹੈ ਬੇਟੇ। ਪਰਸੈਂਟੇਜ ਮੈਂ ਕਿਵੇਂ ਕੱਢੀ ਆ, ਪਰਸੈਂਟੇਜ ਮੈਂ ਕੱਢੀ ਜਿੰਨੀਆਂ ਡੈਥ ਹੋ ਗਈਆਂ ਡਿਵਾਈਡ ਬਾਈ ਟੋਟਲ ਕਨਫਰਮ ਕੇਸ, ਠੀਕ ਹੈ ਜੀ। ਤਾਂ ਉਹਨੂੰ ਮੈਂ ਇੰਟੂ 100 ਤਾਂ ਨਹੀਂ ਕੀਤਾ, ਮੈਂ ਪਰਸੈਂਟੇਜ ਦੇ ਵਿੱਚ ਚੇਂਜ ਕਰ ਲਿਆ। ਤੁਸੀਂ ਚਾਹੇ ਇੰਟੂ 100 ਕਰ ਲਿਓ, ਗੱਲ ਇੱਕੋ ਹੀ ਹੈ, ਠੀਕ ਹੈ ਜੀ। ਤਾਂ ਇਹ ਸੈਕਿੰਡ ਆਪਣਾ ਕੀ ਹੋ ਗਿਆ, ਕਲੀਅਰ ਹੋ ਗਿਆ ਸੈਕਿੰਡ ਟੈਸਟ, ਠੀਕ ਹੈ। ਜੇ ਟੋਟਲ ਕਰਨਾ, ਟੋਟਲ ਆਪਾਂ ਆਟੋ ਸਮ ਨਾਲ ਕਰ ਸਕਦੇ ਆ, ਵੈਸੇ ਟੋਟਲ ਕਰਨ ਦੀ ਜ਼ਰੂਰਤ ਨਹੀਂ ਹੈਗੀ, ਠੀਕ ਹੈ ਜੀ। ਇਹ ਹੋ ਗਿਆ ਟੈਸਟ ਨੰਬਰ 8 ਆਪਣਾ। ਹੁਣ ਟੈਸਟ ਨੰਬਰ 9 ਕਰਦੇ ਆ, ਤਾਂ ਬਹੁਤ ਹੀ ਸੌਖਾ ਟੈਸਟ ਨੰਬਰ 9। ਬੱਚੇ ਨੇ ਮੈਨੂੰ ਪੁੱਛਿਆ ਸੀਗਾ, ਇਹ ਤਾਂ ਜਮਾ ਹੀ ਸੌਖਾ ਹੈ, ਜੇ ਟੋਟਲ ਕਰਨਾ ਬਸ ਤੇ ਐਵਰੇਜ ਕੱਢਣੀ ਹੈ। ਟੋਟਲ ਤੇ ਐਵਰੇਜ ਵਾਲਾ ਮੈਂ ਤੁਹਾਨੂੰ ਬਹੁਤ ਕਰਵਾ ਚੁੱਕਿਆ। ਚਲੋ ਆਪਾਂ ਇਹਨੂੰ ਕੀ ਕਰਦੇ ਹਾਂ, ਇੱਕ ਵਾਰੀ ਨਾ ਇਹਨੂੰ ਸੈਂਟਰ 'ਚ ਕਰ ਲੈਂਦੇ ਹਾਂ, ਥੋੜਾ ਸੋਹਣਾ ਲੱਗੂਗਾ। ਤੁਸੀਂ ਜਿਵੇਂ ਉੱਥੇ ਦੱਸਿਆ ਹੋਊਗਾ ਉਵੇਂ ਕਰਨਾ, ਆਪਦੀ ਮਰਜ਼ੀ ਨਹੀਂ ਕਰਨੀ ਉੱਥੇ, ਠੀਕ ਹੈ ਜੀ। ਹੁਣ ਟੋਟਲ ਕੱਢਣਾ ਬੇਟੇ, ਦੇਖੋ ਟੋਟਲ ਤੁਸੀਂ ਜਿਹੜਾ ਕੱਢਣਾ ਹੈਗਾ, ਇਹਨੇ ਕਿਹਾ ਕਿ ਕੀ ਕਿਹਾ, ਕਹਿੰਦਾ ਜੀ ਰੋਲ ਨੰਬਰ ਦਿੱਤੇ ਹੋਏ ਆ, ਨਾਮ ਦਿੱਤੇ ਹੋਏ ਆ, ਕਹਿੰਦਾ ਮਾਰਕਸ ਦਿੱਤੇ ਆ ਸਬਜੈਕਟਿਵ ਪੇਪਰ ਦੇ, ਆਬਜੈਕਟਿਵ ਪੇਪਰ ਦੇ, ਟੋਟਲ ਕੱਢਿਓ। ਤਾਂ ਟੋਟਲ ਚਾਹੇ ਆਟੋ ਸਮ ਕਰ ਲਓਗੇ ਜਲਦੀ ਹੋ ਜਾਊਗਾ, ਨਹੀਂ ਆਟੋ ਸਮ ਕਰਨਾ ਤਾਂ ਦੇਖੋ ਸਿੰਪਲ 2 ਦਾ ਕਰਨਾ ਨਾ, 2 ਦਾ ਕਰਨਾ ਤਾਂ ਸਿੰਪਲ ਇਦਾਂ ਕਰ ਲਿਓ, C5 ਪਲੱਸ ਕੀ ਕਰ ਲਿਓ, ਇਹ ਕਰ ਲਿਓ D5। ਤਾਂ ਐਂਟਰ ਮਾਰੋਗੇ ਤਾਂ ਵੀ ਟੋਟਲ ਆ ਜਾਊਗਾ। ਤੇ ਇਸ ਤੋਂ ਬਾਅਦ ਡਰੈਗ ਐਂਡ ਡ੍ਰੌਪ ਕਰ ਲਿਓ, ਠੀਕ ਹੈ ਜੀ। ਟੋਟਲ ਆ ਗਿਆ ਆਪਣੇ ਕੋਲੇ, ਠੀਕ ਹੈ ਜੀ। ਇਹ ਤਾਂ ਪਹਿਲਾ ਮੈਥਡ ਹੈਗਾ, ਠੀਕ ਹੈ ਜੀ। ਜੇ ਐਵੇਂ ਨਹੀਂ ਕਰਨਾ, ਤੁਸੀਂ ਕਹਿੰਦੇ ਸਰ ਜੀ ਲੰਬਾ ਲੱਗਦਾ ਜਾਂ ਕਿਵੇਂ ਤੁਹਾਨੂੰ ਜ਼ਿਆਦਾ ਔਖਾ ਲੱਗਦਾ, ਤਾਂ ਸਿੰਪਲ ਦੂਜਾ ਮੈਥਡ ਕੀ ਹੁੰਦਾ, ਸਿੰਪਲ ਸਮ ਵਾਲਾ। ਤਾਂ ਆਪਾਂ ਕੀ ਕਰਦੇ ਹੁੰਦੇ ਆ, ਸਮ ਕਰਦੇ ਹੁੰਦੇ ਆ। ਤਾਂ ਸਮ ਕੀ ਕਰਾਂਗੇ ਆਪਾਂ, ਇੱਥੋਂ ਲੈ ਕੇ ਆਪਾਂ ਰੇਂਜ ਦਿੰਦੇ ਹੁੰਦੇ ਆ, ਰੇਂਜ ਦੇ ਕੇ ਕੀ ਕਰਾਂਗੇ ਆਪਾਂ ਐਂ ਕਰ ਦਾਂਗੇ, ਠੀਕ ਹੈ ਜੀ। ਰੇਂਜ ਦੇਤੀ ਤਾਂ ਐਂਟਰ ਮਾਰਾਂਗੇ ਤਾਂ ਵੀ ਸਮ ਸੇਮ ਹੀ ਆਊਗਾ। ਨਹੀਂ ਕਰਨਾ ਤਾਂ ਜਲਦੀ ਜਲਦੀ ਚ ਕਰਨਾ ਤਾਂ ਆਟੋ ਸਮ ਮਾਰਾਂਗੇ ਆਪਾਂ ਇੱਥੇ ਰੱਖ ਕੇ, ਇੱਥੋਂ ਆਟੋ ਸਮ ਕਰਾਂਗੇ ਤਾਂ ਦੇਖੋ ਆਟੋਮੈਟਿਕਲੀ ਚੱਕ ਲੂਗਾ। ਇਸ ਤੋਂ ਬਾਅਦ ਫਾਰਮੂਲੇ ਤੋਂ ਬਾਹਰ ਜਾ ਕੇ ਐਂਟਰ ਮਾਰਾਂਗੇ ਤਾਂ ਆਪਣੇ ਕੋਲੇ ਕੀ ਆ ਜਾਊਗਾ, ਟੋਟਲ ਆ ਜਾਊਗਾ। ਉਸ ਤੋਂ ਬਾਅਦ ਡਰੈਗ ਐਂਡ ਡ੍ਰੌਪ ਕਰ ਦਾਂਗੇ, ਟੋਟਲ ਆਪਣੇ ਕੋਲੇ ਨਿਕਲ ਕੇ ਆ ਜਾਊਗਾ ਸਾਰਿਆਂ ਦਾ। ਤਾਂ ਤਿੰਨੇ ਮੈਥਡ ਦੱਸਤੇ ਮੈਂ, ਸਿੰਪਲ ਮੈਨੂਅਲੀ ਸਮ ਦੇ ਫਾਰਮੂਲੇ ਨਾਲ ਤੇ ਨਾਲ ਆਟੋ ਸਮ, ਜਿਵੇਂ ਮਰਜ਼ੀ ਕਰ ਲਿਓ, ਜਿਵੇਂ ਤੁਹਾਡਾ ਦਿਮਾਗ ਉੱਥੇ ਚੱਲਿਆ ਉਵੇਂ ਚਲਾ ਲਿਓ, ਠੀਕ ਹੈ। ਘਬਰਾਉਣਾ ਨਹੀਂ ਹੈਗਾ ਵੀ ਸਰ ਨੇ ਕਿਹਾ ਵੀ ਆਟੋ ਸਮ ਤੋਂ ਕਰਨਾ ਤਾਂ ਆਟੋ ਸਮ ਤੋਂ ਹੀ ਕਰਨਾ, ਬਸ ਕੰਮ ਹੋਣਾ ਚਾਹੀਦਾ। ਹੁਣ ਕੱਢਣੀ ਆ ਐਵਰੇਜ। ਐਵਰੇਜ ਦੇਖੋ ਹੁਣ ਕਿੰਨਾ ਦੀ ਕੱਢਣੀ ਆ ਬੇਟੇ, ਸਾਰਿਆਂ ਦੀ ਕੱਢਣੀ ਐਵਰੇਜ ਇਹਨੇ ਕਿਹਾ। ਤਾਂ ਐਵਰੇਜ ਕੱਢਣ ਦਾ ਫਾਰਮੂਲਾ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਬੇਟੇ, ਇਕੁਅਲ ਟੂ ਐਵਰੇਜ ਲਿਖੋਗੇ, ਜਦੋਂ ਵੀ ਲਿਖੋਗੇ ਤਾਂ ਪੂਰਾ ਐਵਰੇਜ ਲਿਖਣਾ ਹੈ। ਤਾਂ ਐਵਰੇਜ ਆਪਾਂ ਪੂਰਾ ਲਿਖਾਂਗੇ ਤਾਂ ਰਾਜੇ ਇਹ ਕੀ ਮੰਗੂਗਾ, ਆਪਣੇ ਕੋਲ ਰੇਂਜ ਮੰਗੂਗਾ। ਤਾਂ ਆਪਾਂ ਕਿਹਦੀ ਕਿਹਦੀ ਐਵਰੇਜ ਕੱਢਣੀ, ਇਹਨਾਂ ਦੀ ਐਵਰੇਜ ਕੱਢਣੀ ਹੈ। ਕੱਢਣ ਤੋਂ ਬਾਅਦ ਕੀ ਕਰਨਾ, ਆਪਾਂ ਰੇਂਜ ਦੇਤੀ, ਰੇਂਜ ਦੇਣ ਤੋਂ ਬਾਅਦ ਆਪਾਂ ਐਂਟਰ ਮਾਰਾਂਗੇ ਤੇ ਇਹਦੀ ਐਵਰੇਜ ਨਿਕਲ ਕੇ ਆ ਗਈ। ਹੁਣ ਸਾਰਿਆਂ ਦੀ ਐਵਰੇਜ ਕੱਢਣੀ ਹੈ, ਫਾਰਮੂਲਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹਨੂੰ ਆਪਾਂ ਡਰੈਗ ਐਂਡ ਡ੍ਰੌਪ ਥੱਲੇ ਵੀ ਕਰ ਸਕਦੇ ਹਾਂ, ਠੀਕ ਹੈ, ਵਰਟੀਕਲੀ ਹੋਰੀਜ਼ੋਨਟਲੀ ਦੋਨੇ ਤਰਫ ਕਰ ਸਕਦੇ ਹਾਂ। ਤਾਂ ਹੁਣ ਆਪਾਂ ਇਦਾਂ ਕਰ ਦਾਂਗੇ, ਠੀਕ ਹੈ ਜੀ। ਇੱਥੋਂ ਆਪਾਂ ਡਰੈਗ ਕਰਾਂਗੇ ਤਾਂ ਇਹਦੀ ਕੀ ਨਿਕਲ ਕੇ ਆ ਜਾਊਗੀ ਰਾਜੇ, ਐਵਰੇਜ ਨਿਕਲ ਕੇ ਆ ਜਾਊਗੀ। ਤਾਂ ਸਾਰਿਆਂ ਦੀ ਕੀ ਆ ਗਈ, ਐਵਰੇਜ ਨਿਕਲ ਕੇ ਆ ਗਈ। ਉਹਨੇ ਟੋਟਲ ਪੁੱਛਿਆ ਸੀਗਾ, ਆ ਦੇਖੋ ਇਹਨਾਂ ਨੇ ਕੀ ਪੁੱਛਿਆ ਸੀ, ਟੋਟਲ ਪੁੱਛਿਆ ਸੀਗਾ ਤੇ ਨਾਲ ਪੁੱਛੀ ਸੀ ਐਵਰੇਜ। ਆਪਾਂ ਦੋਨੇ ਚੀਜ਼ਾਂ ਕੀ ਕਰਤੀਆਂ, ਕੱਢਤੀਆਂ, ਠੀਕ ਹੈ ਜੀ। ਕਲੀਅਰ ਹੋ ਗਿਆ। ਤਾਂ ਇਹ ਸੀਗਾ ਜੀ ਟੈਸਟ ਨੰਬਰ 9, ਸਿੰਪਲ ਜਿਹਾ ਸੀਗਾ ਬਹੁਤ। ਤਾਂ ਟੈਸਟ ਨੰਬਰ 10 ਵੀ ਬਹੁਤ ਸਿੰਪਲ ਹੈ ਰਾਜੇ। ਇਹ ਕੀ ਕਰਨਾ, ਇਹਨਾਂ ਨੇ ਐਵਰੇਜ ਦੱਸਿਆ, ਟੋਟਲ ਦੱਸਿਆ। ਤਾਂ ਸੇਮ ਤੁਸੀਂ ਇੱਥੇ ਕੀ ਕਰਨਾ ਰਾਜੇ, ਆਟੋ ਸਮ ਮਾਰ ਲਿਓ, ਠੀਕ ਹੈ। ਆਟੋ ਸਮ ਮਾਰਾਂਗੇ ਆਪਾਂ ਤਾਂ ਦੇਖੋ ਤੁਹਾਡੇ ਸਾਹਮਣੇ ਕੀ ਆ ਗਿਆ ਜੀ, ਸਮ ਹੋ ਕੇ ਆ ਗਿਆ। ਤਾਂ ਸਮ ਸਾਰਾ ਹੋ ਗਿਆ ਜੀ ਆਪਣਾ। ਈਅਰ ਦਿੱਤੇ ਹੋਏ ਨੇ, SC ST OBC ਜਨਰਲ ਕੈਂਡੀਡੇਟ ਦਿੱਤੇ ਹੋਏ ਨੇ। ਟੋਟਲ ਕਰ ਲਓ, ਇਹਦਾ ਟੋਟਲ ਡਰੈਗ ਐਂਡ ਡ੍ਰੌਪ ਕਰੋਗੇ ਟੋਟਲ ਆ ਜਾਊਗਾ। ਐਵਰੇਜ ਕਰੋਗੇ ਤਾਂ ਸਿੰਪਲ ਰਾਜੇ, ਇੱਥੇ ਐਵਰੇਜ ਦਾ ਫਾਰਮੂਲਾ ਲਾ ਲਿਓ, ਠੀਕ ਹੈ। ਇਹ ਬੱਚੇ ਨੇ ਮੈਨੂੰ ਪੁੱਛਿਆ ਕਰਕੇ ਮੈਂ ਕਰਵਾ ਰਿਹਾ, ਵੈਸੇ ਬਹੁਤ ਸਿੰਪਲ ਹੈ, ਇਹ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ, ਇਹ ਮੈਂ ਕਰਵਾਇਆ ਹੋਇਆ ਬਹੁਤ ਵਾਰੀ। ਤਾਂ ਇੱਥੇ ਆਪਾਂ ਐਵਰੇਜ ਕਰ ਲਾਂਗੇ, ਚਲੋ ਬੱਚੇ ਨੇ ਪੁੱਛਿਆ ਕਰਕੇ ਮੈਂ ਕਰਵਾ ਰਿਹਾ। ਤਾਂ ਇੱਥੇ ਇਹਨਾਂ ਦੀ ਐਵਰੇਜ ਨਿਕਲ ਕੇ ਆ ਗਈ ਹੈ। ਇਹਨੂੰ ਕੀ ਕਰੋ ਜੀ, ਡਰੈਗ ਐਂਡ ਡ੍ਰੌਪ ਕਰ ਲਓ, ਠੀਕ ਹੈ ਜੀ। ਤਾਂ ਆਪਾਂ ਕੱਢਿਆ ਕੀ ਹੈ ਬੇਟੇ, ਇਹਦੇ ਵਿੱਚ ਆਪਾਂ ਇਹਦੇ ਵਿੱਚ ਕੱਢਿਆ ਜੀ ਆਹ ਟੋਟਲ ਕੱਢਿਆ, ਪਲੱਸ ਕੀ ਕੱਢੀ ਹੈ ਜੀ ਆਪਾਂ ਇਹਨਾਂ ਸਾਰਿਆਂ ਦੀ ਐਵਰੇਜ ਕੱਢੀ ਹੈ। ਤਾਂ ਇਹ ਸਾਰੇ ਬਹੁਤ ਸਿੰਪਲ ਜੇ ਸੀਗੇ, ਠੀਕ ਹੈ ਜੀ। ਹੁਣ ਲਾਸਟ ਵਾਲਾ ਥੋੜਾ ਜਿਹਾ ਕੰਪਲੀਕੇਟਡ ਆ, ਉਹ ਤੁਹਾਨੂੰ ਮੈਂ ਕਰਵਾ ਦਿੰਦਾ। ਤਾਂ ਟੋਟਲ ਤੇ ਐਵਰੇਜ ਜ਼ਿਆਦਾਤਰ 99% ਟੋਟਲ ਤੇ ਐਵਰੇਜ ਹੀ ਪੁੱਛੂਗਾ ਤੁਹਾਨੂੰ, ਪਰ ਫਿਰ ਵੀ ਚਲੋ ਆਪਾਂ ਐਡਵਾਂਸ ਲੈਵਲ ਦਾ ਕਰ ਲੈਂਦੇ ਆ, ਕਿਉਂਕਿ ਆਪਾਂ ਨੇ ਕੋਲੇ ਤਿਆਰੀ ਕਰਨ ਦੇ ਹਜੇ ਟਾਈਮ ਪਿਆ ਹੈ। ਤਾਂ ਇਹਦੇ ਵਿੱਚ ਦਿੱਤਾ ਹੋਇਆ ਜੀ ਕੈਂਡੀਡੇਟ ਦੇ ਨਾਮ ਦਿੱਤੇ ਹੋਏ ਆ, ਪੇਪਰ ਦਿੱਤਾ ਹੋਇਆ ਜੀ 1 2 3, ਮੈਂ ਇੱਥੇ ਸ਼ਾਇਦ ਗਲਤ ਲਿਖ ਗਿਆ, ਇਹ ਪੇਪਰ 1 ਆ, ਚਲੋ ਮੰਨ ਲਓ, ਇਹ ਪੇਪਰ 2 ਮੰਨ ਲਓ, ਠੀਕ ਹੈ ਜੀ, ਕਿਉਂਕਿ ਲਿਖਣ ਦੇ ਵਿੱਚ ਮਿਸਟੇਕ ਹੋ ਸਕਦੀ ਹੈ। ਪੇਪਰ 3 ਮੰਨ ਲਓ, ਕਹਿਣ ਦਾ ਭਾਵ ਤੁਸੀਂ ਡਾਟਾ ਵੱਲ ਧਿਆਨ ਘੱਟ ਦਿਓ, ਬਸ ਤੇ ਪੇਪਰ ਨੰਬਰ 4 ਹੈ, ਠੀਕ ਹੈ ਜੀ। ਚਲੋ ਮੰਨ ਲਓ 4 ਪੇਪਰਾਂ ਦੇ ਕੀਤੇ ਹੋਏ, ਆਪਾਂ ਨੂੰ ਸਮ ਦਿੱਤੇ ਹੋਏ ਆ, ਮਾਰਕਸ ਦਿੱਤੇ ਹੋਏ ਆ। ਇਹ ਮਾਰਕਸ ਹੈ ਕਿੰਨੇ ਕਿੰਨੇ ਵਿੱਚੋਂ ਆ, 100 ਵਿੱਚੋਂ ਦਿੱਤੇ ਹੋਏ ਆ। ਇਹ ਵੀ ਯਾਦ ਰੱਖਿਓ, ਕਿੰਨੇ ਨੇ ਪੇਪਰ ਆਪਣੇ ਕੋਲੇ, 4 ਪੇਪਰ ਨੇ, ਤਾਂ ਟੋਟਲ ਮੈਕਸਿਮਮ ਮਾਰਕਸ ਕਿੰਨੇ ਹੋ ਗਏ, 400 ਹੋ ਗਏ, ਠੀਕ ਹੈ ਜੀ। ਚਲੋ ਉਹ ਬਾਅਦ ਦੀ ਗੱਲਾਂ ਨੇ। ਕੱਢਣਾ ਕੀ ਆਪਾਂ, ਟੋਟਲ ਕੱਢਣਾ, ਪਰਸੈਂਟੇਜ ਕੱਢਣੀ ਹੈ, ਪਲੱਸ ਆਪਾਂ ਪਾਸ ਜਾਂ ਫੇਲ ਦੱਸਣਾ। ਇਹ ਮੇਨ ਚੀਜ਼ ਹੈ ਇਸ ਟੈਸਟ ਦੀ, ਆਹ ਚੀਜ਼ ਮੇਨ ਹੈ ਜਿਹੜੀ ਤੁਹਾਨੂੰ ਨਹੀਂ ਲਾਉਣੀ ਆਉਂਦੀ। ਟੋਟਲ ਤੁਹਾਨੂੰ ਮੈਂ ਕਿੰਨੀ ਵਾਰ ਦੱਸਤਾ। ਹੁਣ ਆਟੋ ਸਮ ਮਾਰਾਂਗੇ ਆਪਾਂ, ਠੀਕ ਹੈ, ਇਹਦੀ ਪ੍ਰੈਕਟਿਸ ਕਰਨੀ ਤੁਸੀਂ ਆਟੋ ਸਮ ਦੀ। ਆਟੋ ਸਮ ਮਾਰਿਆ ਆਪਾਂ, ਠੀਕ ਹੈ ਜੀ, ਉਹਨੇ ਆਟੋਮੈਟਿਕਲੀ ਰੇਂਜ ਚੱਕ ਲਈ, ਤਾਂ ਇਹ ਆਪਣੇ ਕੋਲੇ ਕੀ ਆ ਗਿਆ, ਸਮ ਨਿਕਲ ਕੇ ਆ ਗਿਆ।
ਤਾਂ ਆਪਾਂ ਪਹਿਲਾਂ ਕੀ ਕੱਢ ਲਿਆ ਰਾਜੇ, ਆਪਾਂ ਪਹਿਲਾਂ ਕੀ ਕੱਢ ਲਿਆ, ਸਮ ਕੱਢ ਲਿਆ। ਠੀਕ ਹੈ ਜੀ, ਸਮ ਕੱਢ ਲਿਆ ਸਾਰਿਆਂ ਦਾ। ਤਾਂ ਕਹਿਣ ਦਾ ਭਾਵ ਕੀ, ਆਪਾਂ ਪਹਿਲੀ ਗੱਲ ਕੀ ਕਰ ਲਈ ਰਾਜੇ, ਆਪਾਂ ਟੋਟਲ ਫਾਈਂਡ ਆਊਟ ਕਰ ਲਿਆ। ਪੇਪਰ 1 ਦੇ ਵਿੱਚੋਂ 2 3 4 ਦੇ ਵਿੱਚੋਂ ਜਿਹੜੇ ਭਾਵਨਾ ਕੈਂਡੀਡੇਟ ਹੈਗੇ ਉਹਦੇ 237 ਮਾਰਕਸ ਨੇ। ਹੁਣ ਪਰਸੈਂਟੇਜ ਕੱਢਣੀ ਆ ਬੇਟੇ, ਤਾਂ ਪਰਸੈਂਟੇਜ ਤੁਹਾਨੂੰ ਮੈਂ ਦੱਸਤਾ ਵੀ ਪਰਸੈਂਟੇਜ ਕੀ ਹੁੰਦੀ ਆ, ਇਕੁਅਲ ਟੂ ਮਾਰਕਸ obtained ਡਿਵਾਈਡ ਬਾय ਕੀ ਹੁੰਦਾ ਰਾਜੇ, ਮੈਕਸਿਮਮ ਮਾਰਕਸ। ਮੈਕਸਿਮਮ ਮਾਰਕਸ ਇਸ ਸਾਈਡ ਤੇ ਲਿਖ ਲਓ, ਜੇ ਨਹੀਂ ਲਿਖਣੇ ਤਾਂ ਮੈਂ ਕੀ ਕਰੂੰਗਾ ਇੱਥੇ, ਠੀਕ ਹੈ, ਮੈਂ ਲਿਖ ਦਿੰਦਾ ਜਰਨਲ ਦੇ ਵਿੱਚ ਲਿਖ ਦੇਣਾ। ਆਪਣੇ ਕੋਲ ਕਿੰਨੇ ਪੇਪਰ ਆ, 4 ਪੇਪਰ ਆ, ਤਾਂ ਮੰਨ ਲਓ 400 ਦੇ ਵਿੱਚੋਂ ਹੋ ਗਏ। ਠੀਕ ਹੈ ਜੀ, ਤਾਂ ਮੇਰੇ ਕੋਲੇ ਡਾਟਾ ਅੱਧਾ ਵਿੱਚ ਅੱਧਾ ਆਇਆ ਸੀ, ਮੈਂ ਉਸ ਨਾਲ ਕਰਵਾਤਾ। ਤਾਂ ਇਹਨੂੰ ਆਪਾਂ ਡਰੈਗ ਐਂਡ ਡ੍ਰੌਪ ਕਰਾਂਗੇ ਤਾਂ ਕੀ ਆ ਜੂਗੀ ਰਾਜੇ, ਆਪਣੇ ਕੋਲੇ ਪਰਸੈਂਟੇਜ ਨਿਕਲ ਕੇ ਆ ਜੂਗੀ। ਠੀਕ ਹੈ, ਸਿੰਪਲ। ਤਾਂ ਸਾਰੇ ਬੱਚਿਆਂ ਦੀ ਕੀ ਨਿਕਲ ਕੇ ਆ ਗਈ ਮੇਰੇ ਕੋਲੇ, ਪਰਸੈਂਟੇਜ। ਕਿਉਂਕਿ ਮੈਂ ਪਰਸੈਂਟੇਜ ਦੇ ਵਿੱਚ ਕੀ ਕੀਤਾ ਹੋਇਆ ਰਾਜੇ, ਨੂੰ ਕਨਵਰਟ ਕੀਤਾ ਹੋਇਆ। ਤੁਸੀਂ ਇੱਥੇ ਜਾ ਕੇ ਨਾ ਉਸ ਨੂੰ ਪਰਸੈਂਟੇਜ ਦੇ ਵਿੱਚ ਕਨਵਰਟ ਕਰ ਲਿਆ ਕਰੋ। ਠੀਕ ਹੈ ਜੀ, ਹੁਣ ਆ ਗਿਆ ਜੀ ਮੇਨ ਪਾਸ ਦੱਸਣਾ ਵੀ ਜੇ 230 ਤੋਂ ਮਾਰਕਸ ਕੀ ਹੈਗੇ ਆ ਉਹਦੇ ਵੱਧ ਹੈਗੇ ਤਾਂ ਪਾਸ ਹੋਊਗਾ, ਅਦਰਵਾਈਜ਼ ਉਹ ਫੇਲ ਹੋ ਜਾਊਗਾ। ਚਾਹੇ ਇਕੁਅਲ ਟੂ ਪੁੱਛ ਲਵੇ, ਚਾਹੇ ਗ੍ਰੇਟਰ ਦੈਨ, ਲੈਸ ਦੈਨ, ਜੋ ਮਰਜ਼ੀ ਪੁੱਛੀ ਜਾਵੇ। ਆਪਾਂ ਕੀ ਕਰਨਾ ਹੁੰਦਾ ਰਾਜੇ, ਇੱਥੇ ਇਕੁਅਲ ਟੂ ਇਫ ਕੰਡੀਸ਼ਨ ਹੁੰਦੀ ਹੈ ਰਾਜੇ, ਇਫ ਫਾਰਮੂਲਾ ਹੁੰਦਾ। ਜਦੋਂ ਆਪਾਂ ਇਫ ਲਗਾਵਾਂਗੇ, ਇੱਥੇ ਕਲਿੱਕ ਕਰਾਂਗੇ ਨਾ, ਤਾਂ ਪਹਿਲਾਂ ਆਪਾਂ ਨੂੰ ਪੁੱਛੂਗਾ ਕੰਡੀਸ਼ਨ ਪੁੱਛੂਗਾ। ਕੰਡੀਸ਼ਨ ਕੀ, ਆਪਣੇ ਕੋਲ ਟੋਟਲ ਮਾਰਕਸ ਕਿਹੜੇ ਦਿੱਤੇ ਹੋਏ ਆ ਦਿੱਤੇ ਹੋਏ ਆ। ਤਾਂ ਆਪਾਂ ਜਰਨਲ ਚ ਬਣਾਉਣਾ ਫਾਰਮੂਲਾ, ਤਾਂ ਆਪਾਂ ਜਰਨਲ ਦੇ ਵਿੱਚ ਆ ਕਲਿੱਕ ਕਰ ਲਿਆ G4। ਤਾਂ ਆਪਾਂ ਕਹਿਤਾ ਵੀ ਅਗਰ G4 ਜਿਹੜਾ ਹੈਗਾ ਹੈ ਗ੍ਰੇਟਰ ਦੈਨ ਕੀ ਹੈਗਾ ਜੀ, 230 ਨੰਬਰ ਤੋਂ ਗ੍ਰੇਟਰ ਹੈ, ਤਾਂ ਕੀ ਹੋ ਜਾਵੇ ਜੀ, ਕਾਲਮ ਪਾ ਕੇ, ਕੋਮਾ ਪਾ ਕੇ। ਠੀਕ ਹੈ, ਕੋਮਾ ਪਾ ਕੇ ਆਪਾਂ ਕੀ ਲਿਖਣਾ ਬੇਟੇ, ਇੱਥੇ ਜੋ ਵੀ ਤੁਸੀਂ ਦੇਣਾ, ਪਾਸ ਦੇਣਾ ਪਾਸ, ਫੇਲ ਦੇਣਾ ਫੇਲ। ਠੀਕ ਹੈ, ਮੈਂ ਡਬਲ ਦੇਣਾ, ਡਬਲ ਕੋਟ ਦੇ ਵਿੱਚ ਜਿਹੜੇ ਕਰੈਕਟਰ ਦੇਣੇ ਡਬਲ ਕੋਟ ਚ ਦੇਣੇ ਆ, ਧਿਆਨ ਦੇ ਨਾਲ। ਕੰਡੀਸ਼ਨ ਜਿਹੜੀ ਦੇਣੀ ਸਿੰਪਲ ਦੇਣੀ ਆ, ਤਾਂ ਮੈਂ ਇੱਥੇ ਲਿਖ ਦਿੰਦਾ ਪਾਸ। ਠੀਕ ਹੈ ਜੀ, ਡਬਲ ਕੋਟ ਦੇ ਵਿੱਚ ਮੈਂ ਪਾਸ ਦੇਤਾ। ਤੇ ਜੇ ਇਹ ਚੀਜ਼ ਫੇਲ ਹੋ ਜਾਵੇ ਫਿਰ ਕੀ ਲਿਖਿਆ ਆ ਜਾਵੇ, ਫਿਰ ਲਿਖਿਆ ਆ ਜਾਵੇ ਜੀ ਫੇਲ। ਠੀਕ ਹੈ ਜੀ, ਆਪਾਂ ਲਿਖ ਦਿੰਦੇ ਆ ਜੀ ਫੇਲ। ਠੀਕ ਹੈ ਜੀ, ਤਾਂ ਇਹ ਆਪਣਾ ਫਾਰਮੂਲਾ ਕੀ ਹੋ ਗਿਆ ਰਾਜੇ, ਤਿਆਰ ਹੋ ਗਿਆ। ਪਤਾ ਲੱਗ ਗਿਆ। ਕੰਡੀਸ਼ਨ ਕੀ ਦੇਣੀ ਆ ਮੈਂ, ਜਿਹੜੇ ਟੋਟਲ ਮਾਰਕਸ ਆ ਅਗਰ ਉਹ 230 ਤੋਂ ਵੱਧ ਹੈਗੇ ਆ, ਪਾਸ ਹੋ ਜਾਵੇ, ਅਦਰਵਾਈਜ਼ ਕੀ ਆ ਜਾਵੇ, ਫੇਲ ਲਿਖਿਆ ਆ ਜਾਵੇ। ਜਦੋਂ ਮੈਂ ਐਂਟਰ ਮਾਰੂੰਗਾ ਰਾਜੇ, ਦੇਖੋ ਪਾਸ ਲਿਖਿਆ ਆ ਗਿਆ, ਕਿਉਂਕਿ ਜਿਹੜਾ ਪਹਿਲਾ ਬੱਚਾ ਉਹਦੇ 237 ਨੰਬਰ ਮਾਰਕਸ ਹੈ। ਤਾਂ ਜਦੋਂ ਹੁਣ ਮੈਂ ਇਹਨੂੰ ਡਰੈਗ ਐਂਡ ਡ੍ਰੌਪ ਕਰੂੰਗਾ ਤੇ ਉਹਦੇ ਸਾਹਮਣੇ ਕੀ ਆ ਗਿਆ, ਲਿਖਿਆ ਆ ਗਿਆ ਪਾਸ ਫੇਲ ਪਾਸ। ਕਿਉਂ ਫੇਲ ਕਿਉਂ ਆਇਆ, ਕਿਉਂਕਿ 222 ਹੈ। 222 ਕੀ 230 ਤੋਂ ਘੱਟ ਆ, 219 ਵੀ ਘੱਟ ਆ, 242 ਪਾਸ ਹੋ ਗਈ। ਅੱਛਾ ਜੀ, ਹੁਣ ਤੁਸੀਂ ਇਹ ਵੀ ਦਿਖਾਉਣਾ ਹੈ ਕਿ ਪਾਸ ਵਾਲੇ ਅਲੱਗ ਕਲਰ ਚ ਆਉਣ, ਫੇਲ ਵਾਲੇ ਰੈੱਡ ਚ ਆ ਜਾਣ। ਤਾਂ ਮੈਂ ਕੀ ਕਰੂੰਗਾ, ਇੱਥੇ ਕੰਡੀਸ਼ਨਲ ਫਾਰਮੈਟਿੰਗ ਲਗਾ ਦੂੰਗਾ। ਇਹਨੂੰ ਮੈਂ ਸਿਲੈਕਟ ਕਰ ਲੂੰਗਾ ਬੇਟੇ, ਤੁਹਾਨੂੰ ਮੈਂ ਕੰਡੀਸ਼ਨਲ ਫਾਰਮੈਟਿੰਗ ਕਰਵਾਈ ਸੀਗੀ। ਇੱਥੇ ਆਪਾਂ ਕਲਿੱਕ ਕਰਾਂਗੇ, ਆਪਾਂ ਸੈੱਲ ਨੂੰ ਹਾਈਲਾਈਟ ਕਰਨਾ ਹੈ। ਕਿਵੇਂ ਹਾਈਲਾਈਟ ਕਰਨਾ ਰਾਜੇ, ਆਪਾਂ ਇਕੁਅਲ ਟੂ ਦੇ ਵਿੱਚ ਜਾਵਾਂਗੇ, ਆਪਾਂ ਲਿਖਤਾ ਵੀ ਜਿਹੜਾ ਬੰਦਾ ਕੀ ਹੋਵੇ, ਫੇਲ ਹੋਵੇ, ਜਿਹੜਾ ਬੰਦਾ ਕੀ ਹੋਵੇ, ਫੇਲ ਹੋਵੇ, ਉੱਥੇ ਕੀ ਆ ਜਾਵੇ, ਕਲਰ ਰੈੱਡ ਆ ਜਾਵੇ। ਤਾਂ ਆਪਾਂ ਓਕੇ ਕਰਾਂਗੇ, ਦੇਖੋ ਜਿਹੜਾ ਫੇਲ ਸੀਗੇ ਉਹ ਰੈੱਡ ਚ ਆ ਗਏ। ਪਾਸ ਵਾਲੇ ਅਗਰ ਗ੍ਰੀਨ ਚ ਕਰਨੇ ਆ, ਗ੍ਰੀਨ ਚ ਕਰ ਦਾਂਗੇ, ਉਹ ਤੁਹਾਡੀ ਮਰਜ਼ੀ ਹੈ, ਨਹੀਂ ਕਰਨੇ ਜਿਵੇਂ ਮਰਜ਼ੀ ਕਰ ਲਿਓ। ਤਾਂ ਕੰਡੀਸ਼ਨ ਫਾਰਮੈਟਿੰਗ ਦੇ ਵਿੱਚ ਜਾ ਕੇ ਮੈਂ ਹਾਈਲਾਈਟ ਕਰਕੇ ਕੀ ਕਰੂੰਗਾ, ਇਕੁਅਲ ਟੂ ਜਿਹੜੇ ਪਾਸ ਹੈਗੇ ਆ ਬੇਟਾ, ਜਿਹੜੇ ਪਾਸ ਹੈਗੇ ਆ ਉਹ ਕਿਹੜੇ ਕਲਰ ਚ ਆ ਜਾਣ, ਉਹ ਗ੍ਰੀਨ ਚ ਆ ਜਾਣ। ਆਪਾਂ ਕਲਰ ਚੇਂਜ ਕਰ ਦਿੰਦੇ ਆ, ਇੱਥੇ ਗ੍ਰੀਨ ਕਰ ਦਿੰਦੇ ਆ। ਠੀਕ ਹੈ ਜੀ, ਤਾਂ ਆਪਣੇ ਕੀ ਹੋ ਗਏ ਜੀ, ਆ ਜਿਹੜੇ ਪਾਸ ਵਾਲੇ ਆ ਸਾਰਿਆਂ ਦੇ ਕਰ ਦਿੰਦੇ ਨਾ, ਮੈਂ ਸਾਰਿਆਂ ਨੂੰ ਸਿਲੈਕਟ ਕਰਨਾ ਭੁੱਲ ਗਿਆ। ਤਾਂ ਆਪਾਂ ਦੁਬਾਰਾ ਕਰ ਦਿੰਦੇ ਆ, ਜਿਹੜੇ ਸਾਰੇ ਹੈਗੇ ਨਾ ਸਿਲੈਕਟ ਕਰਨ ਤੋਂ ਬਾਅਦ ਕਰਨਾ। ਠੀਕ ਹੈ, ਸਿਲੈਕਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਰਾਜੇ ਇੱਥੇ, ਠੀਕ ਹੈ, ਜਿਹੜੇ ਪਾਸ ਵਾਲੇ ਹੈਗੇ ਆ ਉਹ ਕਿਹੜੇ ਕਲਰ ਚ ਆ ਜਾਣ, ਗ੍ਰੀਨ ਚ ਆ ਜਾਣ। ਠੀਕ ਹੈ ਜੀ, ਗ੍ਰੀਨ ਚ ਲਿਖ ਦੇਣਾ ਆਪਾਂ। ਤੇ ਜਿਹੜੇ ਪਾਸ ਵਾਲੇ ਉਹ ਗ੍ਰੀਨ ਚ ਆ ਗਏ, ਜਿਹੜੇ ਫੇਲ ਵਾਲੇ ਉਹ ਰੈੱਡ ਚ ਆ ਗਏ। ਕਲੀਅਰ ਹੋ ਗਿਆ। ਇਫ ਕੰਡੀਸ਼ਨ ਦੁਬਾਰਾ ਦੱਸ ਦਿੰਦਾ ਬੇਟੇ, ਜਿਹੜੀ ਇਫ ਕੰਡੀਸ਼ਨ ਲਗਾਉਣੀ ਆ ਨਾ, ਜਿਹੜੇ ਸੈੱਲ ਤੇ ਲਗਾਉਣੀ ਆ ਉਹ ਸੈੱਲ ਗ੍ਰੇਟਰ ਦੈਨ ਇਕੁਅਲ ਟੂ ਜੋ ਵੀ ਲਗਾਉਣਾ 230 ਮਾਰਕਸ, ਕੋਮਾ ਪਾ ਕੇ ਜਿਹੜਾ ਦੇਣਾ ਕਰੈਕਟਰ ਚ ਇੱਕ ਸਿੰਗਲ ਪੀ ਦੇਣਾ ਪਾਸ ਵਾਸਤੇ, ਐਫ ਵਾਸਤੇ ਫੇਲ ਦੇਣਾ, ਤਾਂ ਡਬਲ ਕੋਡ ਦੇ ਵਿੱਚ ਦੇਣਾ। ਬਸ ਇਹ ਚੀਜ਼ ਦਾ ਧਿਆਨ ਰੱਖਿਓ, ਨਹੀਂ ਅਦਰਵਾਈਜ਼ ਐਰਰ ਆਊਗੀ। ਇਸ ਤੋਂ ਬਾਅਦ ਤੁਸੀਂ ਐਂਟਰ ਮਾਰੋਗੇ, ਤੁਹਾਡੇ ਕੋਲੇ ਆ ਜਾਊਗਾ। ਤਾਂ ਇਹ ਸੀਗਾ ਰਾਜੇ ਤੁਹਾਡੇ ਟੈਸਟ ਨੰਬਰ ਅੱਜ ਮੈਂ ਕਰਵਾਏ ਆ ਜਿਹੜੇ ਤੁਹਾਡੇ। ਠੀਕ ਹੈ ਜੀ, ਮੈਂ 7 ਤੋਂ ਲੈ ਕੇ 11 ਕਰਾਏ, 7 ਨੰਬਰ, ਪੋਪੂਲੇਸ਼ਨ ਵਾਲਾ 8 9 10 11। ਇਸ ਤਰ੍ਹਾਂ ਮੈਂ ਹੋਰ ਕਰਵਾ ਦੂੰਗਾ। 11 ਟੈਸਟ ਆਪਣੇ ਹੋ ਚੁੱਕੇ ਆ। ਜੇ ਇਹਨਾਂ ਵਿੱਚ ਕੋਈ ਡਾਊਟ ਆਊਗਾ ਤਾਂ ਕਮੈਂਟ ਬਾਕਸ ਤੁਸੀਂ ਲਿਖ ਸਕਦੇ ਹੋ। ਠੀਕ ਹੈ ਜੀ, ਤਾਂ ਤਿਆਰੀ ਆਪਦੀ ਕਰਦੇ ਰਹੋ ਬੇਟਾ, ਪਰਮਾਤਮਾ ਕਿਰਪਾ ਕਰੇ। ਠੀਕ ਹੈ ਜੀ, ਇਹ ਬਹੁਤ ਸੌਖਾ ਹੈ, ਤੁਸੀਂ 10 ਦੇ ਵਿੱਚੋਂ 10 ਨੰਬਰ ਲੈ ਸਕਦੇ ਆ। ਬਾਕੀ ਵਾਰ-ਵਾਰ ਸਟੂਡੈਂਟ ਪੁੱਛ ਰਹੇ ਸੀ ਬੇਟਾ ਹਾਰਡ ਕਾਪੀ ਤੋਂ ਹੀ ਟਾਈਪਿੰਗ ਹੋਊਗੀ, MS ਵਰਡ ਦੇ ਵਿੱਚ ਆਪਣੀ ਪ੍ਰੈਕਟਿਸ ਕਰੋ, ਐਕੂਰੇਸੀ ਵੱਲ ਧਿਆਨ ਦਿਓ, ਸਪੀਡ ਤੁਹਾਡੀ ਆਪਣੇ ਆਪ ਆ ਜਾਣੀ, ਕੋਈ ਵੱਡੀ ਗੱਲ ਨਹੀਂ ਹੈਗੀ। ਠੀਕ ਹੈ, ਜੇ ਕੋਈ ਹੋਰ ਥੋੜੀ ਕੁਐਰੀ ਹੋਈ ਤਾਂ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਿਆਰੀ ਕਰਨ ਵਾਸਤੇ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।